तस्वीरें तुसीं देख रहे हो फाजिलका तो फाजिलका दे विच किसान मजदूर संघर्ष कमेटी वालों ट्रेन नूं रोक लिया गया है। गंगानगर तो लुधियाना जाने वाली एक्सप्रैस ट्रेन नूं रोकिया गया। किसान मजदूर संघर्ष कमेटी के जिला प्रधान जगदीश सिंह की अगवाई के विच इस ट्रेन नूं रोकिया गया ते ਜਿਹੜੇ ਇਹਨਾਂ ਨੇ ਵਾਅਦੇ ਕੀਤੇ ਆ ਵੀ ਅਸੀਂ ਘਰ ਘਰ ਨੌਕਰੀ ਦੇਵਾਂਗੇ, ਸਾਰਾ ਕਿਸਾਨਾਂ ਮਜ਼ਦੂਰਾਂ ਦਾ ਸਮੁੱਚਾ ਕਰਜ਼ਾ ਮਾਫ ਕਰਾਂਗੇ। ਅੱਜ ਘਰ ਘਰ ਨੌਕਰੀ ਦੀ ਗੱਲ ਕੀਤੀ ਜਾਵੇ, ਨੌਕਰੀ ਤਾਂ ਕੀ ਦੇਣੀ, ਜਿਹੜੇ ਪੱਕੇ ਮੁਲਾਜ਼ਮ ਆ ਉਹਨਾਂ ਤੋਂ ਵੀ ਜਿਹੜਾ ਉਹਨਾਂ ਦੀ ਨੌਕਰੀ ਖੋਈ ਜਾ ਰਹੀ ਹੈ। ਕਰਜ਼ੇ ਦੀ ਗੱਲ ਕੀਤੀ ਜਾਵੇ ਤਾਂ ਹੋਰ ਕਿਸਾਨਾਂ ਦੇ ਕਰਜ਼ਾ ਜਿਹੜਾ ਪਾਇਆ ਜਾ ਰਿਹਾ, ਬੈਂਕਾਂ ਵੱਲੋਂ ਨੋਟਿਸ ਆ ਰਿਹਾ। कोई नौकरी नहीं, कोई गरीब की सुनते नहीं, अंड ते आ गई चीज सारी मुक जाती है। रेलवे ट्रैक तो सिर्फ धरना ही रहेगा कि गड्डियां भी रोको? नहीं देखो, अगर धरना लग गया तो गड्डियां भी रोकीਆਂ। ਤੁਹਾਡੇ ਵੱਲੋਂ ਰੋਕੀ ਜਾਏਗੀ, ਮੰਨ ਲਓ ਇਹ ਟਪਾਉਣ ਦੀ ਕੋਸ਼ਿਸ਼ ਕਰਦੇ ਫਿਰ? ਬਿਲਕੁਲ ਜੀ, ਜੇ ਪ੍ਰਸ਼ਾਸਨ ਟਪਾਉਣ ਦੀ ਕੋਸ਼ਿਸ਼ ਕਰਦੇ ਆ ਤਾਂ ਸਾਡੇ ਵੱਲੋਂ ਪੂਰੀ ਕੋਸ਼ਿਸ਼ ਰਹੂਗੀ। ਅਸੀਂ ਇੱਕ ਵੀ ਗੱਡੀ ਇੱਥੋਂ ਜਾਣ ਨਹੀਂ ਦਿਆਂਗੇ। ਰੇਲਵੇ ਲਾਈਨਾਂ ਤੇ ਅਸੀਂ ਲੰਮੇ ਪੈ ਜਾਾਂਗੇ। ਸਾਡੇ ਉੱਪਰੋਂ ਲੰਘਾ ਸਕਦੇ ਆ ਤਾਂ ਲੰਘਾ ਲੈਣ, ਐਦਾਂ ਅਦਰਵਾਈਜ਼ ਅਸੀਂ ਨਹੀਂ ਲੰਘਾਣ ਦਿਆਂਗੇ। ਦੇ ਸਾਡੇ ਇੱਕ ਤਾਂ ਬੱਚਿਆਂ ਨੂੰ ਨੌਕਰੀਆਂ ਮਿਲਣੀਆਂ ਚਾਹੀਦੀਆਂ ਨੇ, ਇੱਕ ਅਸੀਂ ਸਾਲ ਦਿੱਲੀ ਵਿੱਚ ਧੁੱਪਾਂ ਵੀ ਗੁਜ਼ਾਰੀਆਂ ਨੇ ਤੇ ਪੋਹ ਦੇ ਪਾਲੇ ਵੀ ਜਾ ਰਹੇ ਨੇ, ਤੇ ਹੁਣ ਆ ਗਏ ਰੇਲਵੇ ਤੇ ਇੱਥੇ ਵੀ ਹੁਣ ਆਪਦੀਆਂ ਨੌਕਰੀਆਂ ਬੱਚਿਆਂ ਦੀ ਲੈ ਕੇ ਜਾਣਾ ਹੈ, ਆਪਦੀਆਂ ਮੰਗਾਂ ਸਾਰੀਆਂ ਪੂਰੀਆਂ ਕਰਾ ਕੇ ਜਾਣਾ ਅਸੀਂ। ਪੰਜਾਬ ਨੂੰ ਕਹਿੰਦੇ ਸੋਨੇ ਦੀ ਚਿੜੀ, ਪਰ ਇਹਨਾਂ ਨੇ ਲੁੱਟ ਕੇ ਵੇਖੋ ਗਰੀਬ ਅੱਜ ਰੇਲਵੇ ਟਰੈਕਾਂ ਦੇ ਰੋਡ ਦੇ ਉੱਤੇ ਆ ਕੇ ਬੈਠੇ ਨੇ। ਪਿਛਲੇ ਇੱਕ ਸਾਲ ਤੋਂ ਦਿੱਲੀ ਦੇ ਵਿੱਚ ਲੋਕ ਬੈਠੇ ਸੀ, ਠੰਡ ਦੇ ਵਿੱਚ, ਮੀਂਹ ਦੇ ਵਿੱਚ, ਗਰਮੀਆਂ ਦੇ ਵਿੱਚ, ਤੇ ਅੱਜ ਇਹ ਮੁਸੀਬਤ ਜਿਹੜੀ ਪੰਜਾਬ ਦੇ ਸਿਰ ਆ ਟੁੱਟੀ ਹੈ। लेकिन प्रशासन वालों दावे किए जा रहे हैं भी नौकरी भी दी गई है तो मुआवजा भी 5-5 लाख रुपए दिता गया। देखो जी, एक गोंगलों तो मिट्टी लाउण का काम किया है। ਦਿੱਲੀ ਮੋਰਚੇ ਦੇ ਵਿੱਚ ਸਾਡੇ ਕੋਲ ਜਿਹੜੀ ਰਿਪੋਰਟ ਆ, ਸਾਡੇ ਕੋਲ ਜਿਹੜੇ ਪੱਕੇ ਜਿਹੜੇ ਸ਼ਹੀਦ ਹੋਏ ਆ, ਜਿਹੜੇ ਉੱਥੇ ਕਿਸਾਨ ਮਜ਼ਦੂਰ ਹੋਏ ਆ, 700 ਤੋਂ ਪਲੱਸ ਸ਼ਹੀਦ ਹੋਏ ਆ, ਪਰ ਅੱਜ ਤੱਕ ਜਿਹੜੇ ਇਹਨਾਂ ਨੇ ਮੁਆਵਜ਼ਾ ਦਿੱਤਾ 100-150 ਲੋਕਾਂ ਨੂੰ ਹੀ ਮੁਆਵਜ਼ਾ ਦਿੱਤਾ। सरकार ने कोई संपर्क नहीं किया ਤੁਹਾਡੇ ਨਾਲ? अजे तक जी कोई संपर्क नहीं किया, क्योंकि संपर्क क्यों करेगी, क्योंकि वो एक वेख रहे हैं भी 2-4 दिन बैठणगे उठ जाएंगे। किसान मजदूर संघर्ष कमेटी पंजाब एक ऐसो जी जथेबंदी है जो अलर्ट करता तो भावें ट्रेना उत्तों टपा दो, बस ही नहीं उठने वाले हैं। कोई लॉकडाउन से मदद की सरकार ने ਤੁਹਾਡੀ? जी नहीं, कुछ नहीं किया हैगा। ਲੋਕਡਾਊਨ 'ਚ ਜਿਹੜੇ ਸਰਪੰਚ ਆਗੂ ਸੀਗੇ ਉਹਨਾਂ ਨੇ ਆਦੇ ਜਿਹੜੇ ਮੇਨ ਕਾਰਜ ਹੈਗੇ ਸੀ ਉਹਨਾਂ ਨੇ ਦੇਤਾ ਨੇ, ਸਾਡੇ ਹੋਰ ਕਿਸੇ ਗਰੀਬ ਦੀ ਹੈਲਪ ਨਹੀਂ ਕੀਤੀ। सत श्री अकाल दोस्तों, स्पोक्समैन टीवी देख रहे सारे दर्शकों का स्वागत है। तो मैं हाँ तुहाडा अपना रुपेश बांसल। अज असीं पहुंचे हाँ फाजिलका दे रेलवे स्टेशन से, जिथे किसान मजदूर संघर्ष कमेटी वालों रेलवे ट्रैक नूं जाम कर दिता गया। रेलवे ट्रैक से धरना लगा दिता गया। 20 तरीक तो किसान मजदूर संघर्ष कमेटी वालों 4 ਜ਼ਿਲ੍ਹਿਆਂ ਦੇ ਵਿੱਚ रेलवे ट्रैक से धरना दिता जा रहा है। अज फाजिलका दे विच भी ये धरना शुरू कर दिता गया। अपनियां जायज़ मंगां नूं लैके इन्हां वालों इत्थे इस रेलवे ट्रैक नूं जाम किया गया। तो गलबात करांगे किसान मजदूर संघर्ष कमेटी के जिला प्रधान जगदीश सिंह के नाल, ते जाना गया कि आखिर किस तरह का यह संघर्ष है और किस तरह दी मंगां नूं लैके ये ट्रैक जाम किया गया। हाँ जी, स्वागत है तुहाडा। वाहिगुरू जी का खालसा, वाहिगुरू जी की फतेह। सो अज असीं जिहड़ा फाजिलका रेलवे ट्रैक जाम किया गया, ये साडियां जायज़ मंगां किसानां ते मजदूरां दी हैगियां। जिहड़ी चन्नी सरकार पिछले कुछ दिनों तो कह रही आ भी साढ़े तो 70 दिन होए या 90 दिन होया, साढ़े कोल तो इन्हां दा हिसाब लिया जाए। तो असीं पुछना चाहांगे जी पिछले 4.5 साल सरकार रह के गई आ कि वो कांग्रेस सरकार नहीं सी?
ਉਹ ਕਾਂਗਰਸ ਸਰਕਾਰ ਹੀ ਸੀ, ਇਹਨਾਂ ਦੀ ਸਰਕਾਰ ਸੀ ਜਿਹੜੇ ਇਹਨਾਂ ਨੇ ਵਾਅਦੇ ਕੀਤੇ ਆ ਵੀ ਅਸੀਂ ਘਰ ਘਰ ਨੌਕਰੀ ਦੇਵਾਂਗੇ, ਸਾਰਾ ਕਿਸਾਨਾਂ ਮਜ਼ਦੂਰਾਂ ਦਾ ਸਮੁੱਚਾ ਕਰਜ਼ਾ ਮਾਫ ਕਰਾਂਗੇ। ਅੱਜ ਘਰ ਘਰ ਨੌਕਰੀ ਦੀ ਗੱਲ ਕੀਤੀ ਜਾਵੇ, ਨੌਕਰੀ ਤਾਂ ਕੀ ਦੇਣੀ, ਜਿਹੜੇ ਪੱਕੇ ਮੁਲਾਜ਼ਮ ਆ ਉਹਨਾਂ ਤੋਂ ਵੀ ਜਿਹੜਾ ਉਹਨਾਂ ਦੀ ਨੌਕਰੀ ਖੋਈ ਜਾ ਰਹੀ ਹੈ। ਕਰਜ਼ੇ ਦੀ ਗੱਲ ਕੀਤੀ ਜਾਵੇ ਤਾਂ ਹੋਰ ਕਿਸਾਨਾਂ ਦੇ ਕਰਜ਼ਾ ਜਿਹੜਾ ਪਾਇਆ ਜਾ ਰਿਹਾ, ਬੈਂਕਾਂ ਵੱਲੋਂ ਨੋਟਿਸ ਆ ਰਿਹਾ। ਇੱਦਾਂ ਇਹਨਾਂ ਨੇ ਇੱਕ ਹੋਰ ਵਾਅਦਾ ਕੀਤਾ ਸੀ ਵੀ ਜਿਹੜਾ ਦਿੱਲੀ ਮੋਰਚੇ ਦੇ ਵਿੱਚ ਕਿਸਾਨ ਸ਼ਹੀਦ ਹੋਏ ਆ ਉਹਨਾਂ ਦੇ ਪਰਿਵਾਰਾਂ ਨੂੰ ਕੁਝ ਮੁਆਵਜ਼ਾ ਦੇਵਾਂਗੇ, ਇਹਨਾਂ ਨੇ ਜਿਹੜਾ ਮੰਨਿਆ ਸੀ, ਜਾਂ ਇਹਨਾਂ ਦੇ ਇੱਕ ਜੀ ਨੂੰ ਸਰਕਾਰੀ ਨੌਕਰੀ ਦੇਵਾਂਗੇ। ਅੱਜ ਉਹ ਵੀ ਜਿਹੜੇ ਵਾਅਦੇ ਤੋਂ ਪੂਰੀ ਤਰ੍ਹਾਂ ਜਿਹੜੀ ਪੰਜਾਬ ਦੀ ਸਰਕਾਰ ਮੁੱਕਰ ਚੁੱਕੀ ਆ। ਔਰ ਇਸ ਤੋਂ ਬਾਅਦ ਜਿਹੜੀਆਂ ਸਾਡੀ ਜਾਇਜ਼ ਮੰਗਾਂ ਵੀ ਜਿਹੜਾ ਕਿਸਾਨਾਂ ਮਜ਼ਦੂਰਾਂ ਦਾ ਸਮੁੱਚਾ ਕਰਜ਼ਾ ਮਾਫ ਕੀਤਾ ਜਾਵੇ, ਔਰ ਇਸ ਤੋਂ ਬਾਅਦ ਜਿਹੜਾ ਦਿੱਲੀ ਮੋਰਚੇ 'ਚ ਕਿਸਾਨ ਜਿਹੜੇ ਸ਼ਹੀਦ ਹੋਏ ਆ ਉਹਨਾਂ ਦੇ ਪਰਿਵਾਰਾਂ ਨੂੰ 5-5 ਲੱਖ ਮੁਆਵਜ਼ਾ ਜਿਹੜਾ ਮੰਨਿਆ ਹੋਇਆ, ਤੇ ਇੱਕ ਜੀ ਨੂੰ ਸਰਕਾਰੀ ਨੌਕਰੀ। ਉਸ ਤੋਂ ਬਾਅਦ ਜਿਹੜੇ ਪੱਕੇ ਜਿਹੜੇ ਆਬਾਦਕਾਰ ਆਪਣੇ ਲੋਕਾਂ ਨੇ ਜ਼ਮੀਨਾਂ ਆਬਾਦ ਕੀਤੀਆਂ ਉਹਨਾਂ ਨੂੰ ਪੱਕੇ ਮਾਲਕਾਨੀ ਹੱਕ ਦਿੱਤੇ ਜਾਣ। ਔਰ ਉਸ ਤੋਂ ਬਾਅਦ ਸਾਡੀ ਜਿਹੜੀ ਮੁੱਖ ਮੇਨ ਮੰਗ ਆ ਜਿਹੜੀ ਬਾਰਡਰ ਪੱਟੀ ਦੇ ਲੋਕਾਂ ਦੀ ਤਾਰਾਂ ਤੋਂ ਪਰਲੀ ਜ਼ਮੀਨਾਂ ਦਾ ਪਿਛਲੇ 4 ਸਾਲਾਂ ਦਾ ਮੁਆਵਜ਼ਾ ਰਹਿੰਦਾ, ਸਾਡਾ ਪਿਛਲੇ 4 ਸਾਲਾਂ ਦਾ ਮੁਆਵਜ਼ਾ ਰਹਿੰਦਾ, ਪਰ ਚੰਨੀ ਸਰਕਾਰ ਕੋਲ ਉਹ ਜਿਹੜਾ ਸੈਂਟਰ ਸਰਕਾਰ ਨੇ ਮੁਆਵਜ਼ਾ ਭੇਜ ਦਿੱਤਾ ਗਿਆ। ਔਰ ਪੰਜਾਬ ਸਰਕਾਰ ਨੇ ਕੀ ਕੀਤਾ ਵੀ ਉਹਨੂੰ ਨਾ ਮਨਜ਼ੂਰ ਕਰਦੇ ਹੋਏ ਇੱਕ ਹਾਈ ਕੋਰਟ ਦੇ ਵਿੱਚ ਕੇਸ ਦਾਇਰ ਕਰ ਦਿੱਤਾ ਗਿਆ ਤਾਂ ਜੋ ਇਹ ਜਿਹੜਾ ਮੁਆਵਜ਼ਾ 4 ਸਾਲਾਂ ਦਾ ਰਹਿੰਦਾ 10,000 ਪ੍ਰਤੀ ਏਕੜ ਉਹ ਇਹਨਾਂ ਨੂੰ ਨਾ ਮਿਲ ਸਕੇ। ਪਰ ਸਾਡੀ ਮੰਗ ਆ ਜਿਹੜਾ ਸਾਡਾ 4 ਸਾਲਾਂ ਦਾ ਪਿਛਲਾ ਰਹਿੰਦਾ ਮੁਆਵਜ਼ਾ ਉਹ ਦਿੱਤਾ ਜਾਵੇ। ਔਰ ਸਾਡੀ ਇਹ ਜਿਹੜੀ ਸਿੱਖ ਸਹੂਲਤਾਂ ਜਿਹੜੀ ਆਪਾਂ ਕਹਿ ਸਕਦੇ ਹਾਂ, ਚਾਹੇ ਸਵਸਥਿਆ ਦੀ ਹੋਵੇ ਚਾਹੇ ਸਿੱਖਿਆ ਦੀ ਹੋਵੇ, ਉਹਨੂੰ ਇੱਕ ਵਧੀਆ ਤਰੀਕੇ ਨਾਲ ਜਿਹੜਾ ਬਣਾਇਆ ਜਾਵੇ। ਔਰ ਉਸ ਤੋਂ ਬਾਅਦ ਜਿੱਦਾਂ ਇਹਨਾਂ ਨੇ ਪਿਛਲੇ ਸਰਕਾਰਾਂ ਨੇ ਜਿਹੜੇ ਬਿਜਲੀ ਸਮਝੌਤੇ ਕੀਤੇ ਆ 20 ਸਾਲਾਂ ਦੇ 25 ਸਾਲਾਂ ਦੇ, ਜਿਹੜੀ ਮਨਟੇਕ ਸਿੰਘ ਆਹਲੂਵਾਲੀਆ ਜਿਹੜੀ ਰਿਪੋਰਟ ਇਹਨਾਂ ਨੇ ਤਿਆਰ ਕੀਤੀ ਸੀ, ਸਾਡੀ ਮੰਗ ਆ ਜਿਹੜੀ ਮਨਟੇਕ ਸਿੰਘ ਆਹਲੂਵਾਲੀਆ ਉਹ ਰਿਪੋਰਟ ਰੱਦ ਕੀਤੀ ਜਾਵੇ। ਔਰ ਜਿਹੜਾ ਪੰਜਾਬ ਦੀ ਜਿਹੜੀ ਜਿੰਨੀ ਵੀ ਬਿਜਲੀ ਕਾਰਪੋਰੇਸ਼ਨ ਹੈ ਉਹਨੂੰ ਜਿਹੜਾ ਸਰਕਾਰੀ ਅਦਾਰਿਆਂ 'ਚੋਂ ਮੁੜ ਤੋਂ ਲਿਆ ਕੇ 2 ਰੁਪਏ ਜਿਹੜੀ ਯੂਨਿਟ ਬਿਜਲੀ ਉਹ ਸਾਨੂੰ ਮੁਹੱਈਆ ਕਰਵਾਈ ਜਾਵੇ। ਜਗਦੀਸ਼ ਜੀ, ਤੁਸੀਂ ਹੁਣੇ ਕਿਹਾ ਵੀ ਕਿਸਾਨੀ ਅੰਦੋਲਨ ਦੇ ਵਿੱਚ ਜਾਨ ਗਵਾਉਣ ਵਾਲੇ ਕਿਸਾਨਾਂ ਨੂੰ ਮੁਆਵਜ਼ਾ ਨਹੀਂ ਦਿੱਤਾ ਗਿਆ ਤੇ ਨਾ ਹੀ ਨੌਕਰੀ ਮਿਲੀ ਹੈ, ਲੇਕਿਨ ਪ੍ਰਸ਼ਾਸਨ ਵੱਲੋਂ ਦਾਅਵੇ ਕੀਤੇ ਜਾ ਰਹੇ ਆ ਵੀ ਨੌਕਰੀ ਵੀ ਦਿੱਤੀ ਗਈ ਹੈ ਤੇ ਮੁਆਵਜ਼ਾ ਵੀ 5-5 ਲੱਖ ਰੁਪਏ ਦਿੱਤਾ ਗਿਆ। ਦੇਖੋ ਜੀ, ਇੱਕ ਗੋਂਗਲੋਆਂ ਤੋਂ ਮਿੱਟੀ ਲਾਉਣ ਦਾ ਕੰਮ ਕੀਤਾ ਹੈ। ਦਿੱਲੀ ਮੋਰਚੇ ਦੇ ਵਿੱਚ ਸਾਡੇ ਕੋਲ ਜਿਹੜੀ ਰਿਪੋਰਟ ਆ, ਸਾਡੇ ਕੋਲ ਜਿਹੜੇ ਪੱਕੇ ਜਿਹੜੇ ਸ਼ਹੀਦ ਹੋਏ ਆ, ਜਿਹੜੇ ਉੱਥੇ ਕਿਸਾਨ ਮਜ਼ਦੂਰ ਹੋਏ ਆ 700 ਤੋਂ ਪਲੱਸ ਸ਼ਹੀਦ ਹੋਏ ਆ, ਪਰ ਅੱਜ ਤੱਕ ਜਿਹੜੇ ਇਹਨਾਂ ਨੇ ਮੁਆਵਜ਼ਾ ਦਿੱਤਾ 100-150 ਲੋਕਾਂ ਨੂੰ ਹੀ ਮੁਆਵਜ਼ਾ ਦਿੱਤਾ। ਫਾਜ਼ਿਲਕਾ ਦੇ ਵਿੱਚ 6 ਕਿਸਾਨਾਂ ਦੀ ਮੌਤ ਹੋਈ ਸੀ ਤੇ 6 ਦੇ 6 ਕਿਸਾਨਾਂ ਨੂੰ ਮੁਆਵਜ਼ਾ ਮਿਲ ਜੀ, ਮੁਆਵਜ਼ਾ ਤਾਂ ਜੇ ਮਿਲ ਚੁੱਕਿਆ, ਪਰ ਉਹਨਾਂ ਨੂੰ ਜਿਹੜਾ ਇੱਕ ਜੀ ਸਰਕਾਰੀ ਨੌਕਰੀ ਦਾ ਵਾਅਦਾ ਕੀਤਾ ਸੀ ਉਹ ਵੀ ਮਿਲ ਚੁੱਕੀ ਹੈ ਜੀ? ਨਹੀਂ ਮਿਲੀ ਜੀ, ਬਿਲਕੁਲ ਨਹੀਂ ਮਿਲੀ ਜੀ। ਤਹਿਸੀਲਦਾਰ ਵੱਲੋਂ ਕੱਲ ਬਿਆਨ ਵੀ ਜਾਰੀ ਕੀਤਾ। ਨਹੀਂ, ਬਿਆਨ ਜਾਰੀ ਤਾਂ ਇਹ ਕਰਦੇ ਆ ਜਿਵੇਂ ਮੁੱਖ ਮੰਤਰੀ ਚੰਨੀ ਜੀ ਬਿਆਨ ਤੇ ਬਿਆਨ ਐਲਾਨ ਤੇ ਐਲਾਨ ਕੀਤੀ ਜਾ ਰਿਹਾ, ਪਰ ਕੀ ਪੂਰਨ ਰੂਪ ਦੇ ਵਿੱਚ ਲੋਕ ਖੜੇ ਆ, ਲੋਕ ਦੱਸ ਦੇਣ ਅਗਰ ਉਹਨਾਂ ਦੇ ਬਿਆਨ ਸੱਚ ਹੋ ਰਹੇ ਆ ਫਿਰ ਅਸੀਂ ਕਵਾਂਗੇ ਵੀ ਹਾਂ ਇਹ ਜਿਹੜੇ ਐਲਾਨ ਮੰਤਰੀ ਆ ਕੀ ਇਹ ਵਾਕਿਆ ਹੀ ਕੁਝ ਮੰਤਰੀ ਹੈਗੇ ਆ। ਅੱਜ ਰੇਲਵੇ ਟਰੈਕ ਤੁਸੀਂ ਘੇਰਿਆ ਤੇ ਰੇਲਵੇ ਟਰੈਕ ਘੇਰਨ ਤੋਂ ਬਾਅਦ ਉਹਨਾਂ ਅੱਗੇ ਕੀ ਐਕਸ਼ਨ ਰਹੇਗਾ? ਸਾਡਾ ਐਕਸ਼ਨ ਇਹੀ ਆ ਵੀ ਅਸੀਂ ਰੇਲਵੇ ਟਰੈਕ ਜਿਹੜਾ ਸ਼ਾਂਤੀਪੂਰਵਕ ਜਿਹੜਾ ਜਾਮ ਕਰਕੇ ਰੱਖਾਂਗੇ। ਜਿੱਦਾਂ ਸਾਡੀ ਕੋਰ ਕਮੇਟੀ ਦੀ ਅਗਰ ਮੀਟਿੰਗ ਹੁੰਦੀ ਆ ਆਪਣੇ ਪੰਜਾਬ ਦੀ ਸਰਕਾਰ ਨਾਲ ਔਰ ਉਹ ਆਸ਼ਵਾਸਨ ਦਿੰਦੀ ਆ, ਆਸ਼ਵਾਸਨ ਇਹ ਨਹੀਂ ਵੀ ਅਸੀਂ ਕਰ ਦਿਆਂਗੇ, ਸਾਨੂੰ ਲਿਖਤੀ ਰੂਪ ਸਾਰੀਆਂ ਮੰਗਾਂ ਜਿੰਨੀ ਦੇਰ ਤੱਕ ਨਹੀਂ ਮੰਨੀਆਂ ਜਾਣਗੀਆਂ ਉਨੀ ਦੇਰ ਤੱਕ ਅਸੀਂ ਘਰਾਂ ਦੇ ਬੱਚੇ ਬੀਬੀਆਂ ਬਜ਼ੁਰਗ ਅਸੀਂ ਸਾਰੇ ਰੇਲਵੇ ਟਰੈਕਾਂ 'ਤੇ ਆ ਕੇ ਬੈਠ ਗਏ ਹਾਂ। ਹੁਣ ਉਨੀ ਦੇਰ ਤੱਕ ਅਸੀਂ ਇਹ ਤੋਂ ਹਿੱਲਾਂਗੇ ਨਹੀਂ ਜਿੰਨੀ ਦੇਰ ਤੱਕ ਪੰਜਾਬ ਸਰਕਾਰ ਸਾਡੀਆਂ ਪੂਰੀਆਂ ਮੰਗਾਂ ਨਹੀਂ ਮੰਨਦੀ। ਔਰ ਇਸ ਤੋਂ ਬਾਅਦ ਸਾਡੇ ਪੂਰੇ ਪੰਜਾਬ ਦੇ ਵਿੱਚ 2007 ਦੇ ਵਿੱਚ ਪੰਜਾਬ ਸਰਕਾਰ ਨੇ ਜ਼ਮੀਨਾਂ ਕੱਚੀਆਂ ਕੀਤੀਆਂ ਸੀਗੀਆਂ, ਜਿਹੜੀ ਇਹਨਾਂ ਨੇ ਮਾਲਕਾਨੀ ਹੱਕ ਦਿੱਤੇ ਸੀ। ਔਰ ਸਾਡੀ ਉਹ ਵੀ ਮੰਗ ਆ ਵੀ ਜਿਹੜੀ 2007 ਵਾਲੀ ਇਹਨਾਂ ਨੇ ਜ਼ਮੀਨ ਕੱਚੀ ਕੀਤੀ ਆ ਉਹ ਅਸੀਂ ਸਾਰੇ ਪੈਸੇ ਭਰੇ ਆ, ਕਿਸੇ ਨੇ 5,000 ਕਿਸੇ ਨੇ 10,000 ਕਿਸੇ ਨੇ 50,000 ਰੁਪਇਆ ਜ਼ਮੀਨ ਦੇ ਅਕੋਰਡਿੰਗ ਭਰਿਆ ਵਾ। ਉਹ ਸਾਡੀ ਮੰਗ ਆ ਵੀ ਉਹਨੂੰ ਪੂਰਨ ਰੂਪ ਦੇ ਵਿੱਚ ਦੁਬਾਰ ਤੋਂ ਮਾਲਕਾਨੀ ਪੱਕੇ ਜਿਹੜੇ ਹੱਕ ਦਿੱਤੇ ਜਾਣ। ਰੇਲਵੇ ਟਰੈਕ ਤੇ ਸਿਰਫ ਧਰਨਾ ਹੀ ਰਹੇਗਾ ਕਿ ਗੱਡੀਆਂ ਵੀ ਰੋਕੋਗੇ? ਨਹੀਂ, ਦੇਖੋ ਅਗਰ ਧਰਨਾ ਲੱਗ ਗਿਆ ਤਾਂ ਗੱਡੀਆਂ ਵੀ ਰੁਕ ਗਈਆਂ। ਨਹੀਂ, ਤੁਹਾਡੇ ਵੱਲੋਂ ਰੋਕੀ ਜਾਏਗੀ? ਮੰਨ ਲਓ ਇਹ ਟਪਾਉਣ ਦੀ ਕੋਸ਼ਿਸ਼ ਕਰਦੇ ਫਿਰ? ਬਿਲਕੁਲ ਜੀ, ਜੇ ਪ੍ਰਸ਼ਾਸਨ ਟਪਾਉਣ ਦੀ ਕੋਸ਼ਿਸ਼ ਕਰਦੇ ਆ ਤਾਂ ਸਾਡੇ ਵੱਲੋਂ ਪੂਰੀ ਕੋਸ਼ਿਸ਼ ਰਹੂਗੀ, ਅਸੀਂ ਇੱਕ ਵੀ ਗੱਡੀ ਇੱਥੋਂ ਜਾਣ ਨਹੀਂ ਦਿਆਂਗੇ। ਰੇਲਵੇ ਲਾਈਨਾਂ ਤੇ ਅਸੀਂ ਲੰਮੇ ਪੈ ਜਾਾਂਗੇ, ਸਾਡੇ ਉੱਪਰੋਂ ਲੰਘਾ ਸਕਦੇ ਆ ਤਾਂ ਲੰਘਾ ਲੈਣ, ਐਦਾਂ ਅਦਰਵਾਈਜ਼ ਅਸੀਂ ਨਹੀਂ ਲੰਘਾਣ ਦਿਆਂਗੇ। ਆਪਣੀਆਂ ਮੰਗਾਂ ਦੇ ਸਮਰਥਨ ਦੇ ਵਿੱਚ ਧਰਨਾ ਦਿੱਤਾ ਜਾ ਰਿਹਾ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦੇ ਆਗੂ ਜਗਦੀਸ਼ ਸਿੰਘ ਦੇ ਨਾਲ ਮੈਂ ਤੁਹਾਡੀ ਗੱਲਬਾਤ ਕਰਵਾ ਰਿਹਾ। ਹੁਣ ਗੱਲਬਾਤ ਕਰਾਂਗੇ ਕੁਲਵੰਤ ਸਿੰਘ ਦੇ ਨਾਲ। ਹਾਂਜੀ ਕੁਲਵੰਤ ਜੀ, ਕੀ ਕਹੋਗੇ ਇਸ ਪੂਰੇ ਮੁੱਦੇ ਨੂੰ ਲੈ ਕੇ? ਪੂਰੇ ਮੁੱਦੇ ਨੂੰ ਲੈ ਕੇ ਸਾਡੇ ਇਹੀ ਹੈ, ਜਿਵੇਂ ਜਿੰਨੇ ਵੀ ਚੋਣ ਮੈਨੀਫੈਸਟੋ ਦੇ ਵਿੱਚ ਪੰਜਾਬ ਸਰਕਾਰ ਨੇ ਵਾਅਦੇ ਕੀਤੇ ਸੀ ਜਿਹੜੇ ਅੱਜ ਤੱਕ 5% ਵੀ ਪੂਰੇ ਨਹੀਂ ਹੋਏ। ਜਿਵੇਂ ਵੇਖੀ ਉਹਨਾਂ ਕਰਜ਼ਾ ਮਾਫੀ ਕਹੀ ਸੀ, ਘਰ ਘਰ ਨੌਕਰੀ 2500 ਭੱਤਾ ਜਾਂ 51,000 ਸ਼ਗਨ ਸਕੀਮ। ਘਰਾਂ ਦੇ ਵਿੱਚ ਜਿਹੜੀਆਂ ਮੇਰੀਆਂ ਮਾਤਾਵਾਂ ਬਿਨਾਂ ਜਿਨ੍ਹਾਂ ਦੇ ਘਰ ਦੇ ਸਿਰ ਦੇ ਉੱਤੇ ਛੱਤ ਨਹੀਂ, ਮਕਾਨ ਡਿੱਗੇ ਹੋਏ ਆ, ਇੱਕ ਪਾਸੇ ਚੰਨੀ
ਜਿਵੇਂ ਗਲ ਨਾਲ ਲਾ ਕੇ ਆਪਣੀ ਇੱਕ ਪੋਸਟਰ ਛਪਵਾ ਰਿਹਾ ਹੈ, ਕਰੋੜਾਂ ਰੁਪਏ ਉਹਨਾਂ ਪੋਸਟਰਾਂ ਤੇ ਖਤਮ ਕਰ ਰਿਹਾ। 1.5-2 ਮਹੀਨਿਆਂ ਦੇ ਵਿੱਚ ਉਹਨੇ ਕਈ ਕਰੋੜਾਂ ਰੁਪਏ ਖਤਮ ਕਰ ਦਿੱਤੇ। ਜਿਹੜੇ ਲੋਕਾਂ ਨੂੰ ਲੋੜ ਸੀ ਰੁਜ਼ਗਾਰ ਦੀ ਜਾਂ ਕਿਸੇ ਤਰ੍ਹਾਂ ਦੀ, ਕਿਸਾਨਾਂ ਨੂੰ ਜਿਹੜੇ ਕਰਜ਼ੇ ਮਾਫ ਕਰਨੇ ਸੀ ਉਧਰ ਪੈਸਾ ਨਹੀਂ ਦੇ ਰਹੇ। ਸਿਰਫ ਇਹਨਾਂ ਦੀ ਗਲਤ ਨੀਤੀ, ਗਲਤ ਰਾਜਨੀਤੀ ਜਿਹੜੇ ਬਿਲਕੁਲ ਕਰਕੇ ਲੋਕਾਂ ਨੂੰ ਲੁੱਟਣਾ ਚਾਹੁੰਦੇ ਆ। ਰਾਜਨੀਤਿਕ ਅਦਾਰਾ ਬਿਲਕੁਲ ਸਿੱਧਾ ਨਹੀਂ, ਇਹਨਾਂ ਦੀ ਨੀਤੀ ਸਿੱਧੀ ਹੋਣੀ ਚਾਹੀਦੀ ਹੈ। ਜਿੰਨੀ ਦੇਰ ਤੱਕ ਰਾਜਨੀਤਿਕ ਅਦਾਰਾ ਜਾਂ ਕੋਈ ਵੀ ਪ੍ਰਸ਼ਾਸਨ ਦੇ ਵਿੱਚ ਇਹੋ ਜਿਹੀ ਘਟੀਆ ਜਿਹੜੀ ਚਾਲਬਾਜ਼ੀ ਖਤਮ ਨਹੀਂ ਹੁੰਦੀ, ਉਨੀ ਦੇਰ ਤੱਕ ਪੰਜਾਬ ਨੂੰ ਸੋਨੇ ਦੀ ਚਿੜੀ ਨਹੀਂ ਬਣਾਇਆ ਜਾ ਸਕਦਾ। ਪੰਜਾਬ ਨੂੰ ਕਹਿੰਦੇ ਆ ਸੋਨੇ ਦੀ ਚਿੜੀ, ਪਰ ਇਹਨਾਂ ਨੇ ਲੁੱਟ ਕੇ ਵੇਖੋ ਗਰੀਬ ਅੱਜ ਰੇਲਵੇ ਟਰੈਕਾਂ ਤੇ ਰੋਡ ਦੇ ਉੱਤੇ ਆ ਕੇ ਬੈਠੇ ਨੇ। ਪਿਛਲੇ ਇੱਕ ਸਾਲ ਤੋਂ ਦਿੱਲੀ ਦੇ ਵਿੱਚ ਲੋਕ ਬੈਠੇ ਸੀ, ਠੰਡ ਦੇ ਵਿੱਚ, ਮੀਂਹ ਦੇ ਵਿੱਚ, ਗਰਮੀਆਂ ਦੇ ਵਿੱਚ, ਤੇ ਅੱਜ ਇਹ ਮੁਸੀਬਤ ਜਿਹੜੀ ਪੰਜਾਬ ਦੇ ਸਿਰ ਆ ਟੁੱਟੀ ਹੈ। ਤੁਸੀਂ ਵੇਖ ਹੀ ਸਕਦੇ ਹੋ, ਸਾਰੇ ਵੇਖ ਰਹੇ ਆ ਕਿ ਅੱਜ ਰੋੜਿਆਂ ਦੇ ਉੱਤੇ ਮੇਰੀਆਂ ਮਾਤਾਵਾਂ, ਭੈਣਾਂ, ਬੀਬੀਆਂ, ਬਜ਼ੁਰਗ ਅੱਜ ਵੱਟਿਆਂ ਦੇ ਉੱਤੇ ਬੈਠੇ ਆ। ਕਿੰਨੇ ਔਖੇ ਆ, ਇਹਨਾਂ ਸਰਕਾਰਾਂ ਤੋਂ ਤੰਗ ਹੋ ਕੇ ਬੈਠੇ ਆ ਤਾਂ ਜੋ ਜਿਹੜੇ ਇਹ ਹੱਕ ਨਹੀਂ ਦੇ ਰਹੇ। ਜੀ ਤਾਂ ਇਹ ਸਨ ਕੁਲਵੰਤ ਸਿੰਘ ਜੋ ਜਾਣਕਾਰੀ ਦੇ ਰਹੇ ਸਨ। ਫਾਜ਼ਿਲਕਾ ਦੇ ਰੇਲਵੇ ਸਟੇਸ਼ਨ ਤੇ ਧਰਨਾ ਦਿੱਤਾ ਗਿਆ। ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਵੱਲੋਂ ਇੱਥੇ ਅੱਜ ਧਰਨਾ ਦੇ ਕੇ ਕਿਸਾਨਾਂ ਦੀਆਂ ਜਿਹੜੀਆਂ ਹੱਕੀ ਮੰਗਾਂ ਨੇ ਉਹਨਾਂ ਨੂੰ ਪੂਰਾ ਕਰਨ ਦੀ ਮੰਗ ਕੀਤੀ ਜਾ ਰਹੀ ਹੈ। ਤਾਂ ਗੱਲਬਾਤ ਕਰਾਂਗੇ ਹੋਰ ਆਗੂਆਂ ਦੇ ਨਾਲ। ਹਾਂਜੀ, ਕੀ ਨਾਮ ਤੁਹਾਡਾ? ਮੈਂ ਜੀ ਗੁਰਬਖਸ਼ ਸਿੰਘ, ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ, ਜੋ ਕਿ ਮੈਂ ਬਲਾਕ ਪ੍ਰਧਾਨ ਗੁਰੂ ਹਰਸਾਏ ਜ਼ੋਨ ਤੋਂ ਹਾਂ। ਜੋ ਕਿ ਅਸੀਂ ਫਾਜ਼ਿਲਕਾ ਦੇ ਵਿੱਚ ਅਸੀਂ ਜਗਦੀਸ਼ ਸਿੰਘ ਜ਼ੋਨ ਪ੍ਰਧਾਨ ਦਾ ਇੱਥੇ ਸਮਰਥਨ ਕਰਨ ਆਏ ਹਾਂ, ਕਿਉਂਕਿ ਸਾਡੀ ਤਾਂ ਡਿਊਟੀ ਜਿਹੜੀ 20 ਤਰੀਕ ਨੂੰ ਤਕਰੀਬਨ ਫਿਰੋਜ਼ਪੁਰ ਟੈਂਕ ਵਾਲੀ ਬਸਤੀ ਸੀ, ਪਰ ਅਸੀਂ ਟੈਂਕ ਵਾਲੀ ਬਸਤੀ ਤੋਂ ਚੱਲ ਕੇ ਇੱਥੇ ਸਮਰਥਨ ਦੇਣ ਆਏ ਹਾਂ। ਚਲੋ ਵੇਖੋ ਜੀ, ਅਸੀਂ ਚੰਨੀ ਦੇ ਵਾਅਦੇ ਹੀ ਸੁਣੇ ਨੇ ਅਜੇ ਤੱਕ, ਬਾਕੀ ਉਹਨਾਂ ਕੋਈ ਗੱਲਬਾਤ ਉਹ ਨਹੀਂ ਕੀਤੀ। ਚੰਨੀ ਸਾਹਿਬ ਕਹਿ ਰਹੇ ਨੇ ਬਿਜਲੀ ਦੇ ਬਿੱਲ ਮਾਫ ਕਰਤੇ ਜੀ, ਹੋਰ ਵੀ ਬੜੇ ਐਲਾਨ ਕੀਤੇ ਗਏ ਨੇ ਉਹਨਾਂ ਵੱਲੋਂ। ਕਿੰਨੀਆਂ ਕੁ ਸਹੂਲਤਾਂ ਲੋਕਾਂ ਨੂੰ, ਆਮ ਲੋਕਾਂ ਨੂੰ ਮਿਲੀਆਂ? ਵੇਖੋ ਜੀ, ਸਹੂਲਤਾਂ ਉਹਨਾਂ ਨੂੰ ਕੋਈ ਨਹੀਂ ਮਿਲੀਆਂ, ਨਾ ਹੀ ਇਹਨਾਂ ਕੋਲ ਸਹੂਲਤਾਂ ਦੇਣੀਆਂ ਨੇ। ਸਿਰਫ ਇਹਨਾਂ ਕੋਲ ਸ਼ੋਸ਼ੇਬਾਜ਼ੀ ਨੇ। ਕਦੇ ਕੈਪਟਨ ਆ ਗਿਆ, ਕਦੇ ਚੰਨੀ ਆ ਗਿਆ, ਕਦੇ ਸਿੱਧੂ ਆ ਗਿਆ। ਇਹਨਾਂ ਸਰਕਾਰਾਂ ਦੇ ਇਹੋ ਹਾਲ ਹੈ। ਵੇਖੋ ਹੁਣ ਸਾਡੇ ਜਿਹੜੇ ਮਾਲਕੀ ਆ 2007 ਵਿੱਚ ਜਿਹੜੀਆਂ ਸਾਡੀਆਂ ਜ਼ਮੀਨਾਂ ਪੱਕੀਆਂ ਕਰਵਾਈਆਂ ਸੀ, ਉਹਦੇ ਵਿੱਚ ਇਹਨਾਂ ਜ਼ਮੀਨਾਂ ਤੋੜਤੀਆਂ। ਜ਼ਮੀਨਾਂ ਤੋੜ ਕੇ ਉਹਨਾਂ ਨੂੰ ਗੌਰਮੈਂਟ ਜ਼ਮੀਨਾਂ ਕਰਤੀਆਂ। ਉਹ ਵੀ ਅਸੀਂ ਤਾਂ ਮੰਗ ਰਹੇ ਹਾਂ ਵੀ ਸਾਨੂੰ ਮਾਲਕੀ ਹੱਕ ਦਿੱਤਾ ਜਾਵੇ, ਉਹਨਾਂ ਨੂੰ ਜਲਦ ਤੋਂ ਜਲਦ ਤੁਰੰਤ ਮੈਨੂਫੈਸਟੋ ਜਾਰੀ ਕੀਤਾ ਜਾਵੇ। ਉਸ ਤੋਂ ਬਾਅਦ ਜਿਹੜੇ ਪਹਿਲਾਂ ਵਾਅਦਾ ਕੀਤਾ ਸੀ ਵੀ 5 ਮਰਲੇ ਪਲਾਟ ਮਜ਼ਦੂਰ ਨੂੰ ਦਿਆਂਗੇ, ਹਾਲੇ ਤੱਕ ਕਿਸੇ ਨੇ ਕੋਈ 5 ਮਰਲਿਆਂ ਦਾ ਪਲਾਟ ਨਹੀਂ ਦਿੱਤਾ। ਅਸੀਂ ਤੇ ਮੰਗ ਕੀਤੀ ਸੀ 5 ਮਰਲਿਆਂ ਦਾ ਪਲਾਟ ਦਿਓ, 5 ਮਰਲਿਆਂ ਦਾ ਪਲਾਟ ਦੇ ਕੇ ਉਹਦੇ ਵਿੱਚ ਘਰ ਬਣਾ ਕੇ ਮਜ਼ਦੂਰਾਂ ਨੂੰ ਦਿਓ ਤੇ ਮਜ਼ਦੂਰਾਂ ਦੀ ਸੁਰੱਖਿਆ ਆਦੇ ਮੀਂਹ ਠੰਡ ਤੋਂ ਬਚਣ। ਇਸ ਕਰਕੇ ਸਾਡਾ ਜਿਹੜਾ ਇੱਕ ਪਰਸੋਂ ਜੀ ਸ਼ਹੀਦ ਹੋ ਗਿਆ ਸੀ ਸਾਡਾ ਇੱਕ ਟਾਂਡੇ 'ਚ, ਤੇ ਅਸੀਂ ਉਹਦੀ ਵੀ ਮੰਗ ਰੱਖਦੇ ਹਾਂ ਨਾਲ, ਕਿਉਂਕਿ ਉਸ ਬੰਦੇ ਨੂੰ ਸੰਘਰਸ਼ ਕਰਦਿਆਂ ਉਹਦੀ ਸ਼ਹੀਦ ਹੋ ਗਿਆ, ਉਹਨੂੰ 10 ਲੱਖ ਰੁਪਈਆ ਜੋ ਕਿ ਸਰਕਾਰ ਮੁਆਵਜ਼ਾ ਦੇਵੇ ਤੇ ਇੱਕ ਜੀ ਨੂੰ ਨੌਕਰੀ ਦੇਵੇ। ਅਜੇ ਤੱਕ ਇਹਨਾਂ ਨੌਕਰੀ ਕਿਸੇ ਨੂੰ ਵੀ ਨਹੀਂ ਦਿੱਤੀ। ਪੰਜਾਬ ਸਰਕਾਰ ਨੇ ਬਿਲਕੁਲ ਠੋਕ ਕੇ ਵਾਅਦੇ ਕੀਤੇ ਸੀ ਵੀ ਅਸੀਂ 5 ਲੱਖ ਰੁਪਈਆ ਮੁਆਵਜ਼ਾ ਦੇਵਾਂਗੇ, ਉਸ ਤੋਂ ਬਾਅਦ ਇੱਕ ਜੀ ਨੂੰ ਨੌਕਰੀ ਦੇਵਾਂਗੇ। ਅਜੇ ਤੱਕ ਕਿਸੇ ਜੀ ਨੂੰ ਨੌਕਰੀ ਨਹੀਂ ਮਿਲੀ। ਮੁਆਵਜ਼ਾ ਜ਼ਰੂਰ ਗੁਰੂ ਹਰਸਾਏ ਏਰੀਏ ਦੇ ਵਿੱਚ ਜਾਂ ਫਿਰੋਜ਼ਪੁਰ ਦੇ ਇਲਾਕੇ ਦੇ ਵਿੱਚ ਕੁਝ ਲੋਕਾਂ ਨੂੰ ਮਿਲਿਆ ਹੈ, ਹੋ ਸਕਦਾ ਫਾਜ਼ਿਲਕੇ ਵਿੱਚ ਵੀ ਕਿਸੇ ਨੂੰ ਮਿਲਿਆ ਹੋਵੇ, ਪਰ ਸਾਨੂੰ ਇਹਦੇ ਪੂਰੇ ਧਿਆਨ ਨਹੀਂਗਾ। ਬਾਕੀ ਜਿਨ੍ਹਾਂ ਨੂੰ ਮਿਲਿਆ ਹੈ ਉਹਨਾਂ ਨੂੰ ਨੌਕਰੀ ਨਹੀਂ ਮਿਲੀ। ਬਿਲਕੁਲ ਮੁਆਵਜ਼ਾ ਚਲੋ ਮਿਲ ਵੀ ਗਿਆ, ਪਰ ਨੌਕਰੀ ਨਹੀਂ ਮਿਲੀ। ਚੰਨੀ ਸਰਕਾਰ ਤਾਂ ਇਹ ਵੀ ਕਹਿੰਦੀ ਸੀ ਵੀ ਅਸੀਂ ਘਰ ਨੌਕਰੀਆਂ ਦੇਵਾਂਗੇ, ਅਸੀਂ ਮਸਲੇ ਦਾ ਹੱਲ ਕਰ ਰਹੇ ਹਾਂ, ਪਰ ਵੇਖੋ ਜੀ ਇਹਨਾਂ ਅਜੇ ਤੱਕ ਕੋਈ ਮਸਲੇ ਦਾ ਹੱਲ ਨਹੀਂ ਕੀਤਾ। ਸਾਨੂੰ ਇਹ ਵੀ ਲੱਗਦਾ ਵੀ ਇਹਨਾਂ ਮਸਲੇ ਦਾ ਹੱਲ ਨਹੀਂ ਕਰਨਾ। ਇਹ ਪਿਛਲੇ ਦਿਨ ਸਾਡੀ ਇਹਨਾਂ ਨਾਲ ਮੀਟਿੰਗ ਹੋਈ ਸੀ। ਅਸੀਂ ਡੀਸੀ ਦਫ਼ਤਰਾਂ 'ਤੇ ਧਰਨੇ ਲਾਏ ਸੀ। ਧਰਨੇ ਲਾ ਕੇ ਤੋਂ ਉਸ ਤੋਂ ਬਾਅਦ ਅਸੀਂ ਮੁਲਤਵੀ ਧਰਨੇ ਕਰ ਦਿੱਤੇ ਸੀ ਵੀ ਅਸੀਂ ਇਸ ਤੋਂ ਬਾਅਦ ਸਿੱਧੇ ਰੇਲਾਂ 'ਤੇ ਆਵਾਂਗੇ, ਤੇ ਫਿਰ ਸਾਨੂੰ ਮਜਬੂਰਨ ਹੁਣ ਰੇਲਾਂ 'ਤੇ ਆਉਣਾ ਪਿਆ, ਕਿਉਂਕਿ ਇਹ ਆਦੇ ਵਾਅਦਿਆਂ ਤੋਂ ਮੁੱਕਰ ਚੁੱਕਿਆ ਸੀ। 4 ਜ਼ਿਲ੍ਹਿਆਂ ਦੇ ਵਿੱਚ ਜਿਹੜਾ ਧਰਨਾ ਦਿੱਤਾ ਜਾ ਰਿਹਾ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਵੱਲੋਂ ਪਿਛਲੇ 20 ਤਰੀਕ ਤੋਂ, ਅੱਜ ਹੋਰ 4 ਜ਼ਿਲ੍ਹਿਆਂ ਦੇ ਵਿੱਚ ਸ਼ੁਰੂ ਕਰ ਦਿੱਤਾ ਗਿਆ ਹੈ। 8 ਜ਼ਿਲ੍ਹਿਆਂ ਦੇ ਵਿੱਚ ਹੋ ਗਿਆ, ਤਾਂ ਸਰਕਾਰ ਨੇ ਕੋਈ ਸੰਪਰਕ ਨਹੀਂ ਕੀਤਾ ਤੁਹਾਡੇ ਨਾਲ? ਅਜੇ ਤੱਕ ਜੀ ਕੋਈ ਸੰਪਰਕ ਨਹੀਂ ਕੀਤਾ। ਕਿਉਂਕਿ ਸੰਪਰਕ ਕਿਉਂ ਕਰੇਗੀ? ਕਿਉਂਕਿ ਉਹ ਇੱਕ ਵੇਖ ਰਹੇ ਨੇ ਵੀ 2-4 ਦਿਨ ਬੈਠਣਗੇ, ਉੱਠ ਜਾਣਗੇ। ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਇੱਕ ਐਸੋ ਜੀ ਜਥੇਬੰਦੀ ਹੈ ਜੋ ਅਲੱਟ ਕਰਤਾ ਤਾਂ ਭਾਵੇਂ ਟ੍ਰੇਨਾਂ ਉੱਤੋਂ ਟਪਾ ਦਿਓ, ਅਸੀਂ ਨਹੀਂ ਉੱਠਣ ਵਾਲੇ ਹਾਂ। ਸਮਝਿਆ ਜਾਵੇ ਵੀ ਦਿੱਲੀ ਦੀ ਤਰ੍ਹਾਂ ਮੋਰਚਾ ਪੱਕਾ ਲਗਾ? ਬਿਲਕੁਲ ਜੀ ਬਿਲਕੁਲ। ਦਿੱਲੀ ਦੇ ਬਰੂਹਾਂ ਤੇ ਬੈਠੇ ਸੀ, ਸਭ ਤੋਂ ਅੱਗੇ ਬੈਠੇ ਸੀ ਤੇ ਮੌਤ ਦੇ ਮੂੰਹ 'ਚ ਬੈਠੇ ਸੀ। ਅੱਜ ਵੀ ਅਸੀਂ ਬੈਠੇ ਹਾਂ ਇੱਥੇ, ਮੌਤ ਦੇ ਮੂੰਹ 'ਚ ਬੈਠੇ ਹਾਂ। ਸਾਨੂੰ ਮਾਰ ਕੇ, ਸਾਨੂੰ ਕੁਚਲ ਕੇ ਜੋ ਮਰਜ਼ੀ ਕਰ ਸਕਦੇ ਨੇ, ਬਾਕੀ ਵਰਨਾ ਨਹੀਂ ਕੁਛ ਕਰ ਸਕਦੇ ਜੀ। ਤਾਂ ਕਿਸਾਨ ਆਗੂਆਂ ਦੇ ਵਿੱਚ ਪੂਰਾ ਜੋਸ਼ ਦਿਖਾਈ ਦੇ ਰਿਹਾ। ਕਿਹਾ ਜਾ ਰਿਹਾ ਕਿ ਜਦੋਂ ਤੱਕ ਮੰਗਾਂ ਨਹੀਂ ਮੰਨੀਆਂ ਜਾਣਗੀਆਂ ਉਦੋਂ ਤੱਕ ਇਹ ਧਰਨੇ ਇਸੇ ਤਰ੍ਹਾਂ ਹੀ ਜਾਰੀ ਰਹਿਣਗੇ। ਸੋ ਟ੍ਰੇਨ ਵੀ ਆ ਚੁੱਕੀ ਹੈ ਤੇ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦੇ ਆਗੂ ਟ੍ਰੇਨ ਦੇ ਨੇੜੇ ਵੀ ਪਹੁੰਚ ਚੁੱਕੇ ਹਨ ਤੇ ਟ੍ਰੇਨ ਨੂੰ ਰੋਕ ਦਿੱਤਾ ਗਿਆ। ਆਓ ਤੁਹਾਨੂੰ ਤਸਵੀਰਾਂ ਦਿਖਾਉਂਦੇ ਹਾਂ ਟ੍ਰੇਨ ਦੀਆਂ। ਫਾਜ਼ਿਲਕਾ ਦੇ ਵਿੱਚ ਟ੍ਰੇਨ ਨੂੰ ਰੋਕ ਦਿੱਤਾ ਗਿਆ। ਕੈਮਰਾਮੈਨ ਨੂੰ ਕਹਾਂਗਾ ਕਿ ਤਸਵੀਰਾਂ ਦਿਖਾਏ ਕਿ ਕਿਸ ਤਰ੍ਹਾਂ ਦੇ ਨਾਲ ਟ੍ਰੇਨ ਨੂੰ ਰੋਕਿਆ ਗਿਆ ਹੈ। ਫਾਜ਼ਿਲਕਾ ਦੇ ਰੇਲਵੇ ਸਟੇਸ਼ਨ ਤੇ ਅੱਜ
ਜੋ ਇਹ ਟ੍ਰੇਨ ਪਹੁੰਚੀ ਹੈ ਗੰਗਾ ਨਗਰ ਤੋਂ ਲੁਧਿਆਣਾ ਵੱਲ ਨੂੰ ਜਾਣ ਵਾਲੀ ਇਸ ਟ੍ਰੇਨ ਨੂੰ ਰੋਕਿਆ ਗਿਆ ਹੈ। ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦੇ ਆਗੂਆਂ ਦਾ ਕਹਿਣਾ ਹੈ ਕਿ ਜਦੋਂ ਤੱਕ ਮੰਗਾਂ ਨਹੀਂ ਮੰਨੀਆਂ ਜਾਣਗੀਆਂ ਧਰਨਾ ਜਾਰੀ ਰਹੇਗਾ ਤੇ ਕੋਈ ਵੀ ਟ੍ਰੇਨ ਇੱਥੋਂ ਲੰਘਣ ਨਹੀਂ ਦਿੱਤੀ ਜਾਏਗੀ। ਤਾਂ ਗੱਲਬਾਤ ਕਰਵਾਉਂਦੇ ਹਾਂ ਹੋਰ ਇੱਥੇ ਮੌਜੂਦ ਜੋ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦੀਆਂ ਮਹਿਲਾ ਨੇਤਰੀਆਂ ਨੇ। ਹਾਂਜੀ, ਕੀ ਨਾਮ ਤੁਹਾਡਾ ਜੀ? ਮਿੰਦਰਾ ਬਾਈ ਮਾਰਖੀ ਮਨਸਾ ਪਿੰਡ ਹੈ ਹਾਂਜੀ, ਬਾਰਡਰ ਤੇ। ਤੁਸੀਂ ਇੱਥੇ ਧਰਨੇ ਦੇ ਵਿੱਚ ਆਏ ਹੋ, ਕਿਹੜੀਆਂ ਮੰਗਾਂ ਨੂੰ ਲੈ ਕੇ ਇਸ ਤਰ੍ਹਾਂ? ਅਸੀਂ ਮੰਗਾਂ ਲੈ ਕੇ ਆਏ ਆ ਕਰਜ਼ੇ ਵਾਲੀਆਂ ਤੇ ਜ਼ਮੀਨਾਂ ਜਿਹੜੀ ਕੱਚੀਆਂ ਕੀਤੀਆਂ ਗਈਆਂ ਸਾਨੂੰ ਤਲਾਸ਼ੇ ਦੇ ਦੇ ਕੇ ਕਹਿੰਦੇ ਪੱਕੀਆਂ ਕਰ ਦਿਓਗੇ, ਪੱਕੀਆਂ ਭਰ ਚੁੱਕੇ ਕਈ ਨਹੀਂ ਭਰ ਚੁੱਕੇ ਤੇ ਉਹ ਫਿਰ ਹੁਣ ਪਰਚੀ ਮਿਲੀ ਹੋਈ ਹੈ ਕਾਂਗਰਸ ਰਾਜ ਵਿੱਚ ਇੰਦਰਾ ਗਾਂਧੀ ਦੀ 100 ਵਿੱਚ ਪਰਚੀ। ਅੱਛਾ ਜੀ, 100 500 ਵਿੱਚ ਫਿਰ ਕਹਿਆ ਸੀ 500 ਤੋਂ ਲੱਗੇ 6000 ਤੋਂ 12000 ਕਹਿੰਦੇ ਬਸ ਉਹ ਫਿਰ ਵੀ ਕੱਚੀਆਂ ਕਰਤੀਆਂ ਆਰਜੀ ਕਰਦੇ। ਹੋਰ ਇੰਦਰਾ ਗਾਂਧੀ ਨੇ ਮਾੜਾ ਨਹੀਂ ਕੀਤਾ ਸੀ, ਉਹਨੇ ਬਾਰਡਰ ਵਸਾਇਆ ਸੀ, ਉਹਨੇ ਬੀਆ ਸਫਾ ਦੇ ਨਾਲ ਸਾਨੂੰ ਜੋੜਾ ਝੱਲ ਬੂਟਾਂ ਦੇ ਵਿੱਚ। ਅਸੀਂ ਬਹੁਤ ਤਕਲੀਫਾਂ ਦੇਖੀਆਂ, ਸਾਡੇ ਵੱਡੇ ਨਿਭਾ ਕੇ ਬੜੀ ਔਖਤ ਤੇ ਹੁਣ ਅਸੀਂ ਥੋੜੇ ਜਿਹੇ ਉੱਤਾਂ ਹੋਏ ਆ, ਪੜ੍ਹਾਈ ਕਰਾਈ ਹੈ ਇੰਨੀ ਦੂਰ ਫਾਜ਼ਲ ਕੇ ਬੱਚਿਆਂ ਨੂੰ, ਹੁਣ ਕੋਈ ਨੌਕਰੀ ਨਹੀਂ, ਕੋਈ ਗਰੀਬ ਦੀ ਸੁਣਦੇ ਨਹੀਂ। ਅੰਡ ਤੇ ਆ ਕੇ ਜੀ ਸਾਰੀ ਮੁੱਕ ਜਾਂਦੀ ਹੈ। ਸਰਕਾਰ ਕਹਿੰਦੀ ਸੀ ਘਰ ਘਰ ਨੌਕਰੀ ਦੇਵਾਂਗੇ, ਹਾਂ, ਕੀ ਬਣਿਆ? ਕੋਈ ਨੌਕਰੀ ਨਹੀਂ ਕਿਸੇ ਨੂੰ ਮਿਲੀ, ਘਰ ਬੈਠੇ ਬੈ ਉਹ ਨਸ਼ੇ ਲਾਈ ਪੜ ਕੇ ਹਰਖ ਦੇ ਮਾਰੇ। ਉਹ ਕਹਿੰਦੇ ਨੇ ਸਾਨੂੰ ਨੌਕਰੀ ਤਾਂ ਮਿਲਦੀ ਨਹੀਂ, ਉਹ ਨਸ਼ੇ ਤਾਂ ਲਾਈ ਹੋਰ ਕੁਛ ਨਹੀਂ। ਤੁਹਾਡਾ ਕੀ ਨਾਮ ਹੈ ਜੀ? ਸਾਡਾ ਨਾਂ ਜੋਗਿੰਦਰੋ ਭਾਈ। ਕਿੱਥੋਂ ਆਏ ਹੋ ਤੁਸੀਂ? ਅਸੀਂ ਸੰਤੋਖ ਸਿੰਘ ਵਾਲ ਤੋਂ ਜਲਾਲਾਬਾਦ ਤੋਂ ਆਏ ਜੀ। ਅੱਛਾ, ਕੀ ਕਹੋਗੇ ਜਿਹੜਾ ਇਹ ਧਰਨਾ ਦਿੱਤਾ ਗਿਆ, ਟਰੈਕ ਰੋਕੇ ਗਏ ਨੇ? ਅਸੀਂ ਕਵਾਂਦੇ ਸਾਡੇ ਇੱਕ ਤਾਂ ਬੱਚਿਆਂ ਨੂੰ ਨੌਕਰੀਆਂ ਮਿਲਣੀਆਂ ਚਾਹੀਦੀਆਂ ਨੇ, ਇੱਕ ਅਸੀਂ ਸਾਲ ਦਿੱਲੀ ਵਿੱਚ ਧੁੱਪਾਂ ਵੀ ਗੁਜ਼ਾਰੀਆਂ ਨੇ ਤੇ ਪੋਹ ਦੇ ਪਾਲੇ ਵੀ ਜਾਲੇ ਨੇ, ਤੇ ਹੁਣ ਆ ਗਿਆ ਰੇਲਵੇ ਤੇ ਇੱਥੇ ਵੀ ਹੁਣ ਆਪਦੀਆਂ ਨੌਕਰੀਆਂ ਬੱਚਿਆਂ ਦੀ ਲੈ ਕੇ ਜਾਣਾ ਹੈ, ਆਪਦੀਆਂ ਮੰਗਾਂ ਸਾਰੀਆਂ ਪੂਰੀਆਂ ਕਰਾ ਕੇ ਜਾਣਾ ਅਸੀਂ ਇੱਥੋਂ। ਮੰਗਾਂ ਸਰਕਾਰ ਵੱਲੋਂ ਜੇ ਪੂਰੀਆਂ ਨਾ ਕੀਤੀਆਂ ਗਈਆਂ ਤਾਂ ਫਿਰ ਤੇ ਨਾ ਕਿਤੇ ਵੋਟਾਂ ਨਾ ਪਾਵਾਂਗੇ ਕਿ ਸਾਡੇ ਵੋਟਾਂ ਸਾਡੀਆਂ ਨਾਲ ਬਣਨਾ ਸਰਕਾਰ ਨੇ, ਕਿ ਸਰਕਾਰ ਆਪਦੀਆਂ ਵੋਟਾਂ ਨਾਲ ਤਾਂ ਨਹੀਂ ਬਣਦੀ, ਜਨਤਾ ਨਾਲ ਬਣਦੀ ਏ। ਜੇ ਸਾਨੂੰ ਨੌਕਰੀ ਦੇਣ ਦੇ ਤਾਂ ਵੋਟਾਂ ਅਸੀਂ ਪਾਵਾਂਗੇ, ਨਹੀਂ ਤਾਂ ਆਦੀ ਤਾਂ ਲੱਗੀ ਫਿਰਨ। ਅਸੀਂ ਵੋਟਾਂ ਪਿੰਡਾਂ 'ਚ ਨਹੀਂ ਵੜਨ ਦੇਣਾ ਕਿਸੇ ਨੂੰ, ਕੈਂਡੀਡੇਟ ਨੂੰ। ਹਾਂਜੀ, ਤੁਹਾਡਾ ਕੀ ਨਾਮ ਹੈ ਜੀ? ਮੇਰਾ ਨਾਮ ਮਨਿੰਦਰ ਕੌਰ ਹੈ, ਜਲਾਲਾਬਾਦ ਸ਼ਹਿਰ ਤੋਂ ਆਏ ਹਾਂ। ਸਾਡੀਆਂ ਆਹੀ ਮੰਗਾਂ ਨੇ ਕਿ ਇੱਕ ਬੱਚੇ ਨੂੰ ਨੌਕਰੀ ਦਿੱਤੀ ਜਾਣ, ਇਹ ਗਰੀਬਾਂ ਦੀ ਸਹਾਇਤਾ ਕੀਤੀ ਜਾਵੇ। ਇਹ ਕਹਿ ਦਿੰਦੇ ਨੇ ਜੇ 5 ਮਰਲਾਂ ਦੇ ਅਸੀਂ ਕੀਤੇ ਦੇਵਾਂਗੇ, ਕੋਈ ਕੀਤਾ ਨਹੀਂ ਦਿੱਤਾ ਗਿਆ, ਕੋਈ ਬੱਚੇ ਨੂੰ ਨੌਕਰੀ ਦਿੱਤੀ ਗਈ, ਕੁਛ ਨਹੀਂ ਦਿੱਤਾ ਗਿਆ। ਬਸ ਇੱਦਾਂ ਨੇ ਜਦੋਂ ਵੋਟਾਂ ਆਉਂਦੀਆਂ ਨੇ ਉੱਦਾਂ ਸਾਰੇ ਕਹਿੰਦੇ ਨੇ ਵੀ ਅਸੀਂ ਕਰਾਂਗੇ, ਕੁਛ ਨਹੀਂ ਕਰਦੇ ਹੈਗੇ। ਸੁਵਿਧਾ ਕੈਂਪ ਲਾ ਕੇ 5 ਮਰਲਿਆਂ ਦੇ ਫਾਰਮ ਭਰੇ ਜਾ ਰਹੇ ਆ ਸਰਕਾਰ ਵੱਲੋਂ, ਉਹਨੂੰ ਲੈ ਕੇ ਕੀ ਕਹੋਗੇ? ਕੁਛ ਨਹੀਂ, ਵੈਸੇ ਐਵੇਂ ਫੁਆੜ ਆਉਂਦੇ ਨੇ, ਦਲਾਸਾ ਦਿੰਦੇ ਗਏ ਨੇ, ਕੋਈ ਕੁਛ ਨਹੀਂ ਕਰਦੇ ਗੇ, ਕਹਿੰਦੇ ਨੇ ਅਸੀਂ ਕਰਾਂਗੇ, ਬਾਕੀ ਵੋਟਾਂ ਪਾਉਣ ਤੋਂ ਬਾਅਦ ਕੁਛ ਨਹੀਂ ਕਰਨਗੇ। ਗਰੀਬ ਦੀ ਆ ਕੇ ਹਾਲਤ ਵੀ ਨਹੀਂ ਪੁੱਛਦੇ ਵੀ ਤੁਹਾਡੇ ਘਰ ਕੀ ਹੈਗਾ ਕੀ ਨਹੀਂ ਹੈਗਾ। ਲੋਕਡਾਊਨ 'ਚ ਮਦਦ ਕੀਤੀ ਸਰਕਾਰ ਨੇ ਤੁਹਾਡੀ? ਜੀ ਨਹੀਂ, ਕੁਛ ਨਹੀਂ ਕੀਤਾ ਹੈਗਾ। ਅੱਛਾ ਜੀ। ਲੋਕਡਾਊਨ 'ਚ ਜਿਹੜੇ ਸਰਪੰਚ ਆਗੂ ਸੀਗੇ ਉਹਨਾਂ ਨੇ ਆਦੇ ਜਿਹੜੇ ਮੇਨ ਘਰ ਜੇ ਹੈਗੇ ਸੀ ਉਹਨਾਂ ਨੂੰ ਦੇਤਾ ਨੇ, ਸਾਡੇ ਹੋਰ ਕਿਸੇ ਗਰੀਬ ਦੀ ਹੈਲਪ ਨਹੀਂ ਕੀਤੀ ਗਈ, ਮਤਲਬ ਕਿਸੇ ਦੀ ਕੋਈ ਹੈਲਪ ਨਹੀਂ ਕੀਤੀ ਗਈ। ਤਾਂ ਹੁਣ ਕੀ ਕਹੋਗੇ ਕਿ ਕਿਸ ਤਰ੍ਹਾਂ ਦਾ ਐਕਸ਼ਨ ਰਹੇਗਾ? ਸਾਡਾ ਐਕਸ਼ਨ ਇਹੀ ਹੈ ਕਿ ਜਿੰਨਾ ਚਿਰ ਤੱਕ ਸਾਡੀ ਸਰਕਾਰ ਮੰਗਾਂ ਪੂਰੀ ਨਹੀਂ ਕਰਦੀਆਂ ਉਨੀ ਦੇਰ ਤੱਕ ਸਾਡਾ ਧਰਨਾ ਦਿੱਲੀ 'ਚ ਵੀ ਜਾਰੀ ਹੈ, ਇੱਥੇ ਵੀ ਜਾਰੀ ਹੈ ਸਾਡਾ। ਤਾਂ ਜਦੋਂ ਤੱਕ ਸਰਕਾਰ ਮੰਗਾਂ ਨਹੀਂ ਪੂਰੀਆਂ ਕਰਦੀ ਉਦੋਂ ਤੱਕ ਇਹ ਧਰਨਾ ਜਾਰੀ ਰਹੇਗਾ। ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦੇ ਆਗੂਆਂ ਵੱਲੋਂ ਅੱਜ ਫਾਜ਼ਿਲਕਾ ਦੇ ਰੇਲਵੇ ਟਰੈਕ ਤੇ ਧਰਨਾ ਦੇ ਦਿੱਤਾ ਗਿਆ ਤੇ ਪੱਕਾ ਮੋਰਚਾ ਇੱਥੇ ਲਗਾਉਣ ਦੀਆਂ ਗੱਲਾਂ ਕਹੀਆਂ ਜਾ ਰਹੀਆਂ ਹਨ। ਤਾਂ ਤਸਵੀਰਾਂ ਤੁਸੀਂ ਦੇਖ ਰਹੇ ਹੋ ਫਾਜ਼ਿਲਕਾ ਤੋਂ। ਫਾਜ਼ਿਲਕਾ ਦੇ ਵਿੱਚ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਵੱਲੋਂ ਟ੍ਰੇਨ ਨੂੰ ਰੋਕ ਲਿਆ ਗਿਆ ਹੈ। ਗੰਗਾ ਨਗਰ ਤੋਂ ਲੁਧਿਆਣਾ ਜਾਣ ਵਾਲੀ ਐਕਸਪ੍ਰੈਸ ਟ੍ਰੇਨ ਨੂੰ ਰੋਕਿਆ ਗਿਆ। ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦੇ ਜ਼ਿਲ੍ਹਾ ਪ੍ਰਧਾਨ ਜਗਦੀਸ਼ ਸਿੰਘ ਦੀ ਅਗਵਾਈ ਦੇ ਵਿੱਚ ਇਸ ਟ੍ਰੇਨ ਨੂੰ ਰੋਕਿਆ ਗਿਆ ਤੇ ਟ੍ਰੇਨ ਨੂੰ ਰੋਕਣ ਤੋਂ ਬਾਅਦ ਸੰਘਰਸ਼ ਜੋ ਹੈ ਉਹ ਸ਼ੁਰੂ ਹੋ ਚੁੱਕਿਆ ਹੈ। ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦੇ ਜੋ ਆਗੂ ਹੈ ਇਹਨਾਂ ਦਾ ਕਹਿਣਾ ਕਿ ਜਦੋਂ ਤੱਕ ਇਹਨਾਂ ਦੀਆਂ ਮੰਗਾਂ ਨਹੀਂ ਮੰਨੀਆਂ ਜਾਂਦੀਆਂ ਉਦੋਂ ਤੱਕ ਟ੍ਰੇਨਾਂ ਨਹੀਂ ਚੱਲਣ ਦਿੱਤੀਆਂ ਜਾਣਗੀਆਂ। ਫਾਜ਼ਿਲਕਾ ਦੇ ਰੇਲਵੇ ਟਰੈਕ ਤੇ ਇਸੇ ਤਰ੍ਹਾਂ ਹੀ ਧਰਨਾ ਇਹਨਾਂ ਦਾ ਜਾਰੀ ਰਹੇਗਾ। ਫਾਜ਼ਿਲਕਾ ਦੇ ਰੇਲਵੇ ਸਟੇਸ਼ਨ ਤੇ ਇਸ ਟ੍ਰੇਨ ਨੂੰ ਰੋਕਿਆ ਗਿਆ ਹੈ। ਗੰਗਾ ਨਗਰ ਤੋਂ ਲੈ ਕੇ ਲੁਧਿਆਣਾ ਵੱਲ ਨੂੰ ਜਾਣ ਵਾਲੀ ਇਸ ਟ੍ਰੇਨ ਨੂੰ ਰੋਕਿਆ ਗਿਆ ਹੈ। ਐਕਸਪ੍ਰੈਸ ਟ੍ਰੇਨ ਹੈ ਜਿਸ ਨੂੰ ਇੱਥੇ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦੇ ਆਗੂਆਂ ਵੱਲੋਂ ਰੋਕ ਲਿਆ ਗਿਆ ਤੇ ਤਸਵੀਰਾਂ 'ਚ ਤੁਸੀਂ ਦੇਖ ਰਹੇ ਹੋ ਕਿਸ ਤਰ੍ਹਾਂ ਦੇ ਨਾਲ ਇੱਥੇ ਨਾਅਰੇਬਾਜ਼ੀ ਕੀਤੀ ਜਾ ਰਹੀ ਹੈ। ਨਾਅਰੇਬਾਜ਼ੀ ਕਿਸਾਨਾਂ ਵੱਲੋਂ ਕੀਤੀ ਜਾ ਰਹੀ ਹੈ ਤੇ ਕਿਹਾ ਜਾ ਰਿਹਾ ਕਿ ਜਦੋਂ ਤੱਕ ਇਹਨਾਂ ਦੀਆਂ ਮੰਗਾਂ ਨੂੰ ਪੂਰਾ ਨਹੀਂ ਕੀਤਾ ਜਾਂਦਾ ਉਦੋਂ ਤੱਕ ਇਹਨਾਂ ਦਾ ਧਰਨਾ ਇਸੇ ਤਰ੍ਹਾਂ ਜਾਰੀ ਰਹੇਗਾ। ਕੈਮਰਾਮੈਨ ਉਮੇਸ਼ ਕੁਮਾਰ ਦੇ ਨਾਲ ਰੁਪੇਸ਼ ਬਾਂਸਲ, ਸਪੋਕਸਮੈਨ ਟੀਵੀ, ਫਾਜ਼ਿਲਕਾ।